खालसा वाहेगुरु जी की फतेह। वाहेगुरु सतनाम। फल गुण आनंद उपार्जना हर सज्जन प्रगटे आए। संत सहाई राम के कर कृपा दिया मिलाए। बसंत की वार महल पंजवा एक ओंकार सतगुर प्रसाद। हर का नाम ते आई के हो हरिया पाई। करम लिखन ते पाइए एह रुत सुहाई। वंत्रेंद्र पवन मोलिया अमृत फल पाई। मिल साधु सुख उपजै लथी सब छाई। नानक सिमरै एक नाम फिर बहुड़ ना ताई। हर हर नाम जपंत्या कछु न कहे जमकाल। नानक मन तन सुखी होए अंते मिले गोपाल। पंजे बदे महाबली कर सच्चा टोआ। अपने चरण च पाईन विच दे खड़ोआ। रोग सोग सब मिट गए नित नवा निरोआ। दिन रैण नाम ते आएंदा फिर पहुंचना। दिन रैन नाम ते आएंदा फिर पाए न मोआ। जिस ते उपजिया नानका सोई फिर होआ। काम क्रोध यार लोभ मोह बिनस जाए में। नानक प्रभ शरणागति कर प्रसाद गुर दे। संगत जी, ਅੱਜ ਅਸੀਂ ਸ਼ਬਦ ਲਿੱਤਾ ਹੈ ਬਸੰਤ ਦੀ ਬਾਣੀ ਹੈ ਮਹੱਲਾ ਪੰਜਵਾਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ। ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਪ੍ਰਭੂ ਦਾ ਨਾਮ ਆਪਣੇ ਅੰਦਰ। ਹੈ ਮਨੁੱਖ ਪ੍ਰਭੂ ਦਾ ਨਾਮ ਆਪਣੇ ਅੰਦਰ ਬੋ। ਆਪਣੇ ਹਿਰਦੇ ਦੀ ਧਰਤੀ ਦੇ ਉੱਤੇ ਪ੍ਰਭੂ ਦੇ ਨਾਮ ਦਾ ਬੀਜ ਪਾ, ਬੀਜ ਬੋ। ਅਬ ਕੱਲੂ ਆਇਓ ਰੇ। ਹੈ ਮਨੁੱਖ ਹੁਣ ਤੇ ਸਮੇਂ ਆ ਗਿਆ ਹੈ। ਹੁਣ ਸਮੇਂ ਆ ਗਿਆ ਹੈ। ਹਾਲੀ ਵੀ ਤੂੰ ਆਪਣੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਤੂੰ ਆਪਣੇ ਮਨ ਦੇ ਵਿੱਚ ਉਹਦੇ ਨਾਮ ਦਾ ਬੀ ਨਹੀਂ ਬੋਂਦਾ। ਅਬ ਕੱਲੂ ਆਇਓ ਰੇ, ਹੁਣ ਸਮੇਂ ਆ ਗਿਆ। ਦੇਖ ਫੂਲ ਫੂਲ ਫੂਲੇ। हे ਮਨੁੱਖ ਦੇਖ ਚਾਰੋਂ ਪਾਸੇ ਹਰਿਆਲੀ ਫੈਲੀ ਹੋਈ ਹੈ। ਬਸੰਤ ਦੀ ਰਿਤੂ ਆ ਗਈ ਹੈ। ਚਾਰੋਂ ਪਾਸੇ ਫੁੱਲ ਖਿੜੇ ਹੋਏ ਨੇ, ਬਨਸਪਤ ਖਿੜੀ ਹੋਈ ਹੈ। ਚਾਰੋਂ ਪਾਸੇ ਹਰਿਆਲੀ ਹੀ ਹਰਿਆਲੀ ਹੈ। ਅਹਮ ਤਿਆਗ ਤਿਆਗੇ। ਤੂੰ ਆਪਣੇ ਅਹਮ ਨੂੰ ਤਿਆਗ। ਜਿਸ ਤਰ੍ਹਾਂ ਚਾਰੋਂ ਪਾਸੇ ਬਸੰਤ ਦੀ ਰਿਤੂ ਆਈ ਹੈ ਔਰ ਚਾਰੋਂ ਪਾਸੇ ਹਰਿਆਲੀ ਫੈਲੀ ਹੋਈ ਹੈ, ਉਸੇ ਤਰ੍ਹਾਂ ਤੂੰ ਆਪਣੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਬੋ। ਤੇਰੇ ਮਨ ਦੇ ਵਿੱਚ ਵੀ ਖਿੜਾਵ ਪੈਦਾ ਹੋ ਜਾਏਗਾ। ਤੇਰੇ ਮਨ ਦੇ ਵਿੱਚ ਵੀ ਹਰਿਆਲੀ ਆ ਜਾਏਗੀ। ਔਰ ਜਦੋਂ ਮਨ ਵਿੱਚ ਹਰਿਆਲੀ ਆ ਜਾਏਗੀ ਤੇ ਫਿਰ ਅਹਮ ਤਿਆਗਿਆ ਜਾਏਗਾ। ਜਦੋਂ ਸਾਡੇ ਮਨ ਦੇ ਅੰਦਰੋਂ ਅਹਮ ਤਿਆਗਿਆ ਜਾਂਦਾ ਹੈ, ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਉਹਦੇ ਅੰਦਰੋਂ ਫਿਰ ਇਹ ਸਾਰੇ ਵਿਕਾਰ ਨਿਕਲ ਜਾਂਦੇ ਨੇ। ਚਰਨ ਕਮਲ ਪਾਗੇ। हे ਮਨੁੱਖ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ, ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿ। ਅਸੀਂ ਵੀ ਤੇ ਸੰਗਤ ਜੀ ਰੋਜ਼ ਅਰਦਾਸ ਕਰਦੇ ਆ ਨਾ ਕਿ ਬਾਬਾ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਤੇ ਕਹਿੰਦੇ ਨੇ ਬਾਬਾ ਜੀ ਸਾਨੂੰ ਕਹਿ ਰਹੇ ਨੇ ਕਿ हे ਮਨੁੱਖ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿ ਹਮੇਸ਼ਾ। ਤੁਮ ਮਿਲੋ ਪ੍ਰਭ ਸੁਭਾਗੇ। ਜੇ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ, ਜੇ ਤੂੰ ਉਹਨਾਂ ਦੇ ਵਾਹਿਗੁਰੂ ਦੇ ਨਾਲ ਮਿਲੇਗਾ ਤੇ ਫਿਰ ਤੇਰਾ
ਫਿਰ ਤੂੰ ਸੁਭਾਗਾ ਬਣ ਜਾਏਗਾ, ਪ੍ਰਭੂ ਨੂੰ ਮਿਲ ਜਾਏਗਾ, ਪ੍ਰਭੂ ਨੂੰ ਪਾ ਕੇ ਤੂੰ ਸੁਭਾਗਾ ਬਣ ਜਾਏਗਾ। ਤੇਰੇ ਭਾਗ ਸੋਹਣੇ ਹੋ ਜਾਣਗੇ ਜੇ ਤੂੰ ਆਪਣੇ ਮਨ ਦੇ ਵਿੱਚ ਪ੍ਰਭੂ ਨੂੰ ਵਸਾ ਲੇਗਾ, ਜੇ ਤੂੰ ਆਪਣੇ ਨਾਮ ਦੇ ਵਿੱਚ ਪ੍ਰਭੂ ਦਾ ਨਾਮ ਦਾ ਵੀ ਬੋਲੇਗਾ। ਹਰ ਚੇਤ ਮਨ ਮੇਰੇ, हे ਮੇਰੇ ਮਨ ਹਮੇਸ਼ਾ ਹਰੀ ਨੂੰ ਚੇਤਾ ਰੱਖ, ਹਮੇਸ਼ਾ ਪ੍ਰਭੂ ਦਾ ਨਾਮ ਧਿਆਨਦਾ ਰਹਿ। ਸਗਨ ਬਾਸ ਕੂਲੇ, ਜਦੋਂ ਸੰਗਤ ਜੀ ਜਦੋਂ ਇਹ ਬਸੰਤ ਰਿਤੂ ਆਂਦੀ ਹੈ, ਬਸੰਤ ਰਿਤੂ ਆਂਦੀ ਹੈ ਤੇ ਜਦੋਂ ਸਾਰੇ ਚਾਰੋਂ ਪਾਸੇ ਹਰਿਆਲੀ ਫੈਲਦੀ ਹੈ ਨਾ, ਤੇ ਜਿਹਦੇ ਜਿੰਨੇ ਵੀ ਪੌਦੇ ਸੁੱਕੇ ਹੁੰਦੇ ਨੇ ਨਾ, ਉਹ ਇਸ ਸਮੇਂ ਤੇ ਨਾ ਇੰਨੇ ਹਰੇ ਹੋ ਜਾਂਦੇ ਨੇ ਕਿ ਕਈ ਜਗ੍ਹਾ ਤੇ ਇੰਨੇ ਘਨੇ ਹੋ ਜਾਂਦੇ ਨੇ ਕਿ ਜ਼ਮੀਨ ਨਹੀਂ ਦਿਖਾਈ ਦਿੰਦੀ, ਚਾਰੋਂ ਪਾਸੇ ਹਰਿਆਲੀ ਹਰਿਆਲੀ ਹਰਾ। ਔਰ ਫੁੱਲ ਵੀ ਖਿੜਦੇ ਨੇ, ਜਦੋਂ ਫੁੱਲ ਖਿੜਦੇ ਨੇ ਇਹ ਵਾਤਾਵਰਣ ਦੇ ਵਿੱਚ ਸੰਗਤ ਜੀ ਅਸੀਂ ਨੋਟਿਸ ਕਰਾਂਗੇ ਇੱਕ ਅਲੱਗ ਤਰ੍ਹਾਂ ਦੀ ਨਾ ਖੁਸ਼ਬੂ ਹੁੰਦੀ ਹੈ। ਥੋੜੀ ਮੋਇਸਚਰ ਹੁੰਦਾ ਹੈ, ਥੋੜੇ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ, ਥੋੜੀ ਵਨਸਪਤ ਦੀ ਖੁਸ਼ਬੂ ਹੁੰਦੀ ਹੈ। ਇਹ ਵਾਲੇ ਮੌਸਮ 'ਚ ਨਾ ਅਸੀਂ ਫੀਲ ਵੀ ਕਰਦੇ ਹਾਂ, ਜਦੋਂ ਅਸੀਂ ਜ਼ੋਰ ਦੀ ਬਰੀਥ ਕਰਾਂਗੇ ਨਾ ਅਸੀਂ ਫੀਲ ਵੀ ਕਰ ਪਾਵਾਂਗੇ। ਔਰ ਜਦੋਂ ਨਵੇਂ ਪੱਤੇ ਵੀ ਫੁੱਟਦੇ ਨੇ ਨਾ, ਬੜੇ ਕੋਮਲ ਜੇ ਹੁੰਦੇ ਨੇ ਜਦੋਂ ਨਵੇਂ ਪੌਦੇ ਹੁੰਦੇ ਨੇ। ਤੇ ਇੱਥੇ ਸਾਨੂੰ ਉਹਨਾਂ ਦਾ ਐਗਜ਼ਾਮਪਲ ਦੇ ਕੇ ਬਾਬਾ ਜੀ ਕਹਿ ਰਹੇ ਨੇ ਕਿ ਸਗਨ ਬਾਸ ਕੂਲੇ, ਚਾਰੋਂ ਤਰਫ ਤੇ ਐਨੀ ਹਰਿਆਵਲ ਹੋਈ ਹੈ। ਇਹ ਸਾਰੇ ਸਾਨੂੰ ਵਾਹਿਗੁਰੂ ਨੇ, ਸਾਨੂੰ ਬਾਬਾ ਜੀ ਨੇ ਸਾਨੂੰ ਸ਼ਬਦ ਦੇ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ ਹੈ। ਸੰਗਤ ਜੀ ਇਹਦੇ ਚ ਸਾਨੂੰ ਕਹਿ ਰਹੇ ਨੇ, ਬਾਬਾ ਜੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਹਰਿਆਵਲ ਚ ਇੰਨਾ ਸੰਘਣੀ ਹਰਿਆਵਲ ਹੋ ਜਾਂਦੀ ਹੈ, ਇੰਨੀ ਜ਼ਿਆਦਾ ਹਰਿਆਵਲ ਹੋ ਜਾਂਦੀ ਹੈ, ਤੇ ਜਦੋਂ ਇਹ ਮਨੁੱਖ ਤੂੰ ਪ੍ਰਭੂ ਨੂੰ ਚੇਤਾ ਕਰੇਗਾ ਨਾ, ਤੇ ਤੇਰੇ ਮਨ ਦੇ ਵਿੱਚ ਵੀ ਇਹ ਨਹੀਂ ਕਿ ਅੱਜ ਖਿੜਾਵ ਹੈ ਤੇ ਕੱਲ ਨਹੀਂ, ਤੇਰੇ ਮਨ 'ਚ ਹਮੇਸ਼ਾ ਖਿੜਾਵ ਰਹੇਗਾ, ਹਮੇਸ਼ਾ ਤੇਰੇ ਅੰਦਰ ਪ੍ਰਭੂ ਦਾ ਨਾਮ ਚੱਲਦਾ ਰਹੇਗਾ, ਉਹਦਾ ਨਾਮ ਤੇਰੇ ਅੰਦਰ ਹਮੇਸ਼ਾ ਵਾਸਤੇ ਵਸ ਜਾਏਗਾ। ਔਰ ਜਿਨ੍ਹਾਂ ਦੇ ਅੰਦਰ ਸੰਗਤ ਜੀ ਨਾਮ ਵਸਿਆ ਹੁੰਦਾ ਹੈ ਨਾ, ਅਸੀਂ ਕਈ ਵਾਰੀ ਕਹਿੰਦੇ ਆ, ਜੋ ਭਗਤ ਹੁੰਦੇ, ਜੋ ਸੰਤ ਹੁੰਦੇ ਨੇ, ਜੋ ਪਾਠ ਪੂਜਾ ਜੋ ਕਰਦੇ ਨੇ ਨਾ ਜ਼ਿਆਦਾ, ਅਸੀਂ ਵੀ ਕਹਿੰਦੇ ਆ ਨਾ, ਦੇਖੋ ਉਹਦੇ ਮੂੰਹ ਤੇ ਤੇਜ ਕਿੰਨਾ ਹੈ। ਔਰ ਉਹਨਾਂ ਦੇ ਵਿੱਚ ਫਿਰ ਕੋਈ ਤੇਰ ਮੇਰ ਵੀ ਨਹੀਂ ਹੁੰਦੀ, ਉਹ ਸਾਰਿਆਂ ਨੂੰ ਇੱਕੋ ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ। ਤੇ ਇਹਦੇ ਚ ਲਿਖਿਆ, ਔਰ ਇਹ ਉਹੀ ਭਗਵਾਨ ਹੁੰਦੇ ਨੇ ਕਿ ਜਿਹੜੇ ਵਾਹਿਗੁਰੂ ਨੂੰ ਧਿਆਨਦੇ ਨੇ। ਔਰ ਅੱਗੇ ਲਿਖਦੇ ਨੇ, ਇੱਕ ਰਹੇ ਸੂਕ ਕਠੂਲੇ। ਇਹਦੇ ਚ ਸਾਨੂੰ ਐਗਜ਼ਾਮਪਲ ਦਿੱਤਾ ਹੈ ਕਿ ਜਿਸ ਤਰ੍ਹਾਂ ਚੰਦਨ ਦੇ ਕੋਲ ਹੋਰ ਵੀ ਵ੍ਰਿਕਸ਼ ਹੁੰਦੇ ਨੇ ਤੇ ਉਹ ਆਪਣੇ ਅੰਦਰ ਸੁਗੰਧੀ ਪੈਦਾ ਕਰ ਲੈਂਦੇ ਨੇ, ਉਹਨਾਂ ਦੇ ਅੰਦਰ ਸੁਗੰਧੀ ਵਸ ਜਾਂਦੀ ਹੈ। ਜਿਸ ਤਰ੍ਹਾਂ ਅਗਰ ਅਸੀਂ ਸੰਗਤ ਕਰਾਂਗੇ, ਅੱਛੇ ਲੋਕਾਂ ਦੀ ਸੰਗਤ ਕਰਾਂਗੇ ਤੇ ਸਾਡੇ ਅੰਦਰ ਵੀ ਅੱਛੇ ਗੁਣ ਆ ਜਾਣਗੇ। ਜੇ ਅਸੀਂ ਬੁਰੇ ਲੋਕਾਂ ਦੀ ਸੰਗਤ ਕਰਾਂਗੇ ਤੇ ਸਾਡੇ ਅੰਦਰ ਵੀ ਬੁਰੇ ਗੁਣ ਆ ਜਾਣਗੇ। ਤੇ ਪਰ ਕਈ ਲੋਕੀ ਐਦਾਂ ਦੇ ਵੀ ਹੁੰਦੇ ਨੇ ਕਿ ਇਹਦੇ ਚ ਅੱਗੇ ਐਗਜ਼ਾਮਪਲ ਦਿੱਤਾ ਕਿ ਕਈ ਰੁੱਖ ਐਦਾਂ ਦੇ ਹੁੰਦੇ ਨੇ ਕਿ ਜਿਹੜੇ ਬਸੰਤ ਰਿਤੂ ਵਿੱਚ ਵੀ ਖਿੜਦੇ ਨਹੀਂ। ਕਈ ਰੁੱਖ ਐਦਾਂ ਦੇ ਵੀ ਹੁੰਦੇ ਨੇ ਕਿ ਜਿਹੜੇ ਚੰਦਨ ਦੇ ਕੋਲ ਵੀ ਰਹਿ ਕੇ ਉਹ ਆਪਣੇ ਅੰਦਰ ਸੁਗੰਧੀ ਵਸਾਉਂਦੇ ਨਹੀਂ, ਉਹ ਐਬਜ਼ੌਰਬ ਨਹੀਂ ਕਰਦੇ ਉਹ ਸੁਗੰਧੀ। ਇਹਦਾ ਐਗਜ਼ਾਮਪਲ ਦਿੱਤਾ ਹੈ ਸਾਡੇ ਮਨੁੱਖ ਵਾਸਤੇ। ਬਾਬਾ ਜੀ ਕਹਿੰਦੇ ਨੇ ਸੰਗਤ ਜੀ ਦੇਖਿਆ ਜਾਏ ਤੇ ਜਦੋਂ ਇੱਕ ਬੱਚਾ, ਜਦੋਂ ਇੱਕ ਲੇਡੀ, ਇੱਕ ਮਾਂ ਜਦੋਂ ਕਨਸੀਵ ਕਰਦੀ ਹੈ, ਜਿਸ ਪਲ ਉਹ ਕਨਸੀਵ ਕਰਦੀ ਹੈ, ਬੱਚਾ ਬਣਨਾ ਸ਼ੁਰੂ ਹੁੰਦਾ ਹੈ ਉਹਦੇ ਅੰਦਰ, ਉਸ ਲੇਡੀ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਸ ਮੋਮੈਂਟ ਤੇ ਉਹਨੇ ਕਨਸੀਵ ਕੀਤਾ ਹੈ, ਕਿਸ ਦਿਨ ਕਨਸੀਵ ਕੀਤਾ ਹੈ। ਇਹ ਤੇ ਇੱਕ ਜਜਮੈਂਟ ਹੁੰਦੀ ਹੈ, ਉਹਦੀ ਫਿਜ਼ੀਕਲ ਸਾਈਕਲ ਦੇ ਨਾਲ ਉਹਦੀ ਜਜਮੈਂਟ ਲੱਗ ਜਾਂਦੀ ਹੈ ਕਿ ਉਹਨੇ ਕਨਸੀਵ ਕੀਤਾ ਹੈ। ਪਰ ਸੰਗਤ ਜੀ ਜਦੋਂ ਤੱਕ ਬੱਚਾ ਮਾਂ ਦੇ ਉਦਰ 'ਚ ਜਦੋਂ ਤੱਕ ਪੂਰਾ ਨਹੀਂ ਬਣਦਾ, ਉਦੋਂ ਤੱਕ ਉਹ ਵੱਧਦਾ ਹੈ, ਮੀਨਸ ਉਹਦੀ ਉਮਰ ਵੱਧਦੀ ਹੈ। ਕਿਉਂਕਿ ਦੇਖੋ ਉਹਦੇ ਉੱਥੇ ਮਾਂ ਦੇ ਉਦਰ ਦੇ ਵਿੱਚ ਬੱਚਾ ਸਾਂਸ ਨਹੀਂ ਲੈਂਦਾ। ਪ੍ਰਭ ਭਾਵੇ ਬਿਨ ਸਾਸ ਤੇ ਰੱਖੈ,
ਵਾਹਿਗੁਰੂ ਨੂੰ ਅਗਰ ਮਨਜ਼ੂਰ ਹੈ ਤੇ ਬਿਨਾਂ ਉਹ ਸਵਾਸਾਂ ਤੋਂ ਉਹ ਰੱਖ ਲੈਂਦਾ। ਬਾਣੀ 'ਚ ਆਇਆ ਹੈ। ਤੇ ਜਦੋਂ ਤੱਕ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਬੱਚਾ ਸਾਂਸ ਨਹੀਂ ਲੈਂਦਾ ਤੇ ਉਦੋਂ ਤੱਕ ਉਹਦੀ ਉਮਰ ਵੱਧਦੀ ਹੈ। ਅੱਜ ਇੰਨੇ ਹਫ਼ਤਿਆਂ ਦਾ ਹੋ ਗਿਆ ਹੈ, ਅੱਜ ਇੰਨੇ ਹਫ਼ਤਿਆਂ ਦਾ ਹੋ ਗਿਆ ਹੈ, ਔਰ ਉਹਦੀ ਪ੍ਰਭੂ ਦੇ ਨਾਲ ਲਿਵ ਜੁੜੀ ਹੁੰਦੀ ਹੈ। ਉਸ ਸਮੇਂ ਤੇ ਉਹਦੀ ਬਸੰਤ ਰਿਤੂ ਹੁੰਦੀ ਹੈ, ਕਿਉਂਕਿ ਉਹ ਪ੍ਰਭੂ ਦੇ ਨਾਲ ਜੁੜਿਆ ਹੁੰਦਾ ਹੈ। ਔਰ ਜਦੋਂ ਇੱਕ ਬੱਚਾ, ਜਿਸ ਤਰ੍ਹਾਂ ਹੀ ਉਹਦਾ ਬਰਥ ਹੁੰਦਾ ਹੈ, ਜਿਸ ਤਰ੍ਹਾਂ ਹੀ ਉਹ ਸੰਸਾਰ ਤੇ ਆਂਦਾ ਹੈ, ਉਸ ਪਲ ਤੋਂ ਉਹਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਬਾਣੀ 'ਚ ਕਈ ਵਾਰ ਆਇਆ ਹੈ ਕਿ ਹੇ ਮਨੁੱਖ, ਤੂੰ ਨਾਮ ਜਪ, ਦਿਨ ਬੇ ਦਿਨ ਤੇ ਤੇਰੀ ਉਮਰ ਘਟਦੀ ਜਾ ਰਹੀ ਹੈ। ਔਦ ਜਾਤਿਓ ਬੀਤ, ਤੇਰੀ ਤੇ ਉਮਰ ਬੀਤਦੀ ਜਾ ਰਹੀ ਹੈ। ਇੱਕ ਪਲ 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 ਪਲ, ਇੱਕ ਦਿਨ ਦਿਨ ਤੇਰੀ ਉਮਰ ਘਟਦੀ ਜਾ ਰਹੀ ਹੈ। ਤੇ ਜਦੋਂ ਅਸੀਂ ਮਨੁੱਖਤਾ ਦੇ ਜੀਵਨ ਲੈਂਦੇ ਹਾਂ ਸੰਗਤ ਜੀ, ਇਹ ਤੇ ਉਦੋਂ ਹੀ ਸਾਡੀ ਬਸੰਤ ਰਿਤੂ, ਉਹ ਸਾਨੂੰ ਮਨੁੱਖਤਾ ਦਾ ਜੀਵਨ ਮਿਲਦਾ ਹੀ ਇਸ ਕਰਕੇ ਹੈ ਕਿਉਂਕਿ ਇਹ ਮਨੁੱਖਤਾ ਦਾ ਜੀਵਨ ਹੀ ਇੱਕ ਬਸੰਤ ਰਿਤੂ ਹੈ। ਹੁਣ ਇਹ ਤੇ ਅਸੀਂ ਆ ਨਾ, ਅਸੀਂ ਤੇ ਉਹ ਰੁੱਖ ਦੀ ਤਰ੍ਹਾਂ ਹੈ ਕਿ ਸਾਨੂੰ ਬਸੰਤ ਰਿਤੂ ਤੇ ਮਿਲ ਗਈ ਹੈ, ਸਾਨੂੰ ਮਨੁੱਖਤਾ ਦਾ ਜੀਵਨ ਤੇ ਮਿਲ ਗਿਆ ਹੈ। ਪੂਰਾ ਸਾਡਾ ਜੀਵਨ ਹੀ ਇੱਕ ਬਸੰਤ ਰਿਤੂ ਹੈ ਸੰਗਤ ਜੀ। ਪੂਰਾ ਜੀਵਨ, ਜਦੋਂ ਤੱਕ ਅਸੀਂ ਇਸ ਸੰਸਾਰ ਤੇ ਆਨੇ ਆ ਔਰ ਜਦੋਂ ਤੱਕ ਅਸੀਂ ਇਸ ਸੰਸਾਰ ਤੋਂ ਨਹੀਂ ਜਾਣਦੇ, ਜਦੋਂ ਤੱਕ ਇਹ ਸਾਡਾ ਜੀਵਨ, ਸਾਡਾ ਜਨਮ ਔਰ ਮਰਨ ਦੇ ਵਿੱਚ ਦਾ ਜੋ ਸਾਡਾ ਜੀਵਨ ਹੈ, ਇਹ ਸਾਡਾ ਪੂਰਾ ਇੱਕ ਬਸੰਤ ਰਿਤੂ ਹੈ। ਪਰ ਹੁਣ ਇਹ ਸਾਡੇ ਤੇ ਹੈ ਕਿ ਅਸੀਂ ਨਾਮ ਦਾ ਬੀ ਅਸੀਂ ਕਦੋਂ ਬੋਲਨੇ ਆ। ਸਾਨੂੰ ਹਰ ਵਾਰੀ ਬਾਬਾ ਜੀ ਨੇ ਕਿਹਾ ਕਿ ਹੁਣ ਜਪ ਲੈ, ਹੇ ਮਨੁੱਖ ਤੂੰ ਹੁਣ ਜਪ ਲੈ, ਤੂੰ ਹੁਣ ਜਪ ਲੈ, ਤੇਰਾ ਬਚਪਨ ਨਿਕਲ ਗਿਆ, ਤੇਰੀ ਜਵਾਨੀ ਨਿਕਲ ਗਈ ਹੈ, ਤੈਨੂੰ ਬੁਢੇਪਾ ਆ ਚੱਲਿਆ, ਤੂੰ ਹੁਣ ਜਪ ਲੈ। ਪੂਰੇ ਬਾਬਾ ਜੀ ਨੇ ਸਾਨੂੰ, ਸਾਡੇ ਗੁਰੂਆਂ ਨੇ ਪੂਰੇ ਜੀਵਨ ਦਾ ਸਾਨੂੰ ਦੱਸਿਆ ਹੈ ਕਿ ਤੂੰ ਹੁਣ ਵੀ ਜਪ ਲੈ ਮਨੁੱਖ, ਹੁਣ ਵੀ ਜਪ ਲੈ। ਪਰ ਅਸੀਂ ਕਿਸ ਤਰ੍ਹਾਂ ਦੇ ਆ? ਅਸੀਂ ਉਹ ਰੁੱਖ ਦੀ ਤਰ੍ਹਾਂ, ਜਿਸ ਤਰ੍ਹਾਂ ਇੱਕ ਰਹੇ ਸੂਖ ਕਠੂਲੇ। ਕਈ ਵ੍ਰਿਕਸ਼ ਹੁੰਦੇ ਨੇ ਜਿਹੜੇ ਆਪਣੇ ਅੰਦਰ ਸੁਗੰਧੀ ਨਹੀਂ ਵਸਾਉਂਦੇ। ਕਈ ਵ੍ਰਿਕਸ਼ ਹੁੰਦੇ ਨੇ ਜਿਹੜੇ ਚੰਦਨ ਦੇ ਕੋਲ ਰਹਿ ਕੇ ਵੀ ਉਹਨਾਂ ਦੀ ਸੁਗੰਧੀ ਆਪਣੇ ਅੰਦਰ ਉਹ ਨਹੀਂ ਵਸਾਉਂਦੇ। ਤੇ ਅਸੀਂ ਉਹ ਰੁੱਖ ਦੀ ਤਰ੍ਹਾਂ ਹੈ ਸੰਗਤ ਜੀ ਕਿ ਅਸੀਂ ਰੋਜ਼ ਬਾਣੀ ਤੇ ਪੜ੍ਹ ਲੈਂਦੇ ਆ, ਅਸੀਂ ਰੋਜ਼ ਸੰਗਤ ਵੀ ਕਰ ਲੈਂਦੇ ਆ। ਕਿਆ ਅਸੀਂ ਆਪਣੇ ਮਨ ਦੇ ਅੰਦਰ ਵਸਾਉਂਦੇ ਆ? ਇਹ ਤੇ ਸਾਡੇ ਤੋਂ ਸਿਵਾ ਹੋਰ ਕੋਈ ਨਹੀਂ ਦੱਸ ਸਕਦਾ। ਅਸੀਂ ਦੂਸਰਿਆਂ ਨਾਲ ਝੂਠ ਬੋਲ ਸਕਦੇ ਆ, ਪਰ ਸਾਡੇ ਤੋਂ ਸਿਵਾ ਇਹ ਕੋਈ ਨਹੀਂ ਦੱਸ ਸਕਦਾ। ਅਗਰ ਅਸੀਂ ਆਪਣੇ ਆਪ ਨੂੰ ਤੋਲੀਏ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਇਹ ਵਾਹਿਗੁਰੂ ਵਾਸਤੇ ਤੇ ਹੈ, ਪਰ ਇਹ ਕਿਤੇ ਨਾ ਕਿਤੇ ਸਾਡੇ ਵਾਸਤੇ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਅਗਰ ਤਰਾਜੂ 'ਚ ਰੱਖ ਕੇ ਅਸੀਂ ਆਪਣੇ ਆਪ ਨੂੰ ਤੋਲੀਏ ਕਿ ਅਸੀਂ ਕਿੰਨਾ ਨਾਮ ਜਪਦੇ ਆ, ਤੇ ਅਸੀਂ ਉਹ ਰੁੱਖ ਦੀ ਤਰ੍ਹਾਂ ਇੱਕ ਰਹੇ ਸੂਖ ਕਠੂਲੇ। ਕਈ ਹੁੰਦੇ ਨੇ ਮਨੁੱਖ ਜੋ ਕਿ ਸਾਧ ਸੰਗਤ ਕਰਕੇ ਵੀ ਉਹ ਆਪਣੇ ਮਨ ਦੇ ਅੰਦਰ ਨਹੀਂ ਬਾਣੀ ਵਸਾਉਂਦੇ। ਬਸੰਤ ਰੁੱਤ ਆਈ, ਹੇ ਮਨੁੱਖ ਬਸੰਤ ਰਿਤੂ ਆ ਗਈ ਹੈ, ਤੈਨੂੰ ਮਨੁੱਖਤਾ ਦਾ ਜੀਵਨ ਤੇ ਮਿਲ ਗਿਆ ਹੈ, ਪਰ ਫੂਲਤਾ ਰਹੇ। ਬਸੰਤ ਰਿਤੂ ਆ ਗਈ ਹੈ, ਤੂੰ ਅਗਰ ਨਾਮ ਤੂੰ ਆਪਣੇ ਅੰਦਰ ਵਾਹਿਗੁਰੂ ਦਾ ਨਾਮ ਵਸਾ ਲੈਂਦਾ ਹੈ ਤੇ ਫਿਰ ਤੂੰ ਖਿੜਿਆ ਹੀ ਰਹੇਗਾ, ਫਿਰ ਤੂੰ ਹਮੇਸ਼ਾ ਤੇਰੇ ਮਨ ਦੇ ਅੰਦਰ ਖੜਾਵ ਹੀ ਪੈਦਾ ਰਹੇਗਾ। ਅਬ ਕਲੂ ਆਇਓ ਰੇ ਅਨ ਰੁੱਤ ਨਹੀਂ। ਹੋਰ ਇਹ ਜਿਹੜੀ ਬਸੰਤ ਰਿਤੂ ਹੈ, ਬਸੰਤ ਰਿਤੂ ਤੋਂ ਇਲਾਵਾ ਹੋਰ ਕਿਸੇ ਰੁੱਤ 'ਚ ਬਨਸਪਤੀ ਨਹੀਂ ਖਿੜਦੀ ਐਨੀ ਜ਼ਿਆਦਾ। ਕਿਉਂਕਿ ਜ਼ਿਆਦਾ ਗਰਮੀ ਦੇ ਵਿੱਚ ਵੀ ਫੁੱਲ ਸੜ ਜਾਂਦੇ ਨੇ, ਬਨਸਪਤੀ ਸੜ ਜਾਂਦੀ ਹੈ, ਫਸਲ ਸੜ ਜਾਂਦੀ ਹੈ। ਜ਼ਿਆਦਾ ਠੰਡ ਪੈ ਜਾਏ ਤਾਂ ਵੀ ਉਹ ਖਰਾਬ ਹੋ ਜਾਂਦੀ ਹੈ। ਤੇ ਇਹ ਬਸੰਤ ਰਿਤੂ ਇਹ ਮਹਾਰੁੱਤ ਹੈ। ਤੇ ਇਹਦੇ 'ਚ ਬਾਣੀ 'ਚ ਕੀ ਲਿਖਿਆ ਹੈ ਕਿ ਅਨਰੁੱਤ ਨਹੀਂ। ਹੈ ਮਨੁੱਖ, ਇਹ ਰਿਤੂ, ਇਹ ਮਨੁੱਖਤਾ ਦਾ ਜੀਵਨ ਤੈਨੂੰ ਬਾਰ-ਬਾਰ ਨਹੀਂ ਮਿਲਣਾ। ਇਹ ਜਿਹੜੀ ਬਸੰਤ ਰਿਤੂ ਹੈ ਇਹ ਸਾਲ 'ਚ ਇੱਕ ਵਾਰੀ ਹੀ ਆਂਦੀ ਹੈ। ਇਹ ਜਿਹੜੀ ਬਸੰਤ ਰਿਤੂ ਜੋ ਤੈਨੂੰ ਮਨੁੱਖਤਾ ਦਾ ਜੀਵਨ ਮਿਲਿਆ ਹੈ, ਇਹ ਤੈਨੂੰ 84 ਦੀਆਂ ਜੂਨਾਂ ਭੋਗ ਕੇ ਤੈਨੂੰ ਹੁਣ ਬਸੰਤ ਰਿਤੂ, ਤੈਨੂੰ ਮਨੁੱਖਤਾ ਦਾ ਜੀਵਨ ਮਿਲਿਆ। ਇਹ ਬਾਰ-ਬਾਰ ਤੈਨੂੰ ਨਹੀਂ ਮਿਲਣਾ। ਮਤ ਪਰਮ ਭੂਲੋ। ਔਰ ਤੂੰ ਇਸ ਸੰਸਾਰ ਦੇ ਵਿੱਚ ਰਹਿ ਕੇ
ਇਹ ਤੂੰ ਮਾਇਆ ਦੇ ਵਿੱਚ ਆਪਣੇ ਆਪ ਨੂੰ ਫਸਾ ਕੇ, ਤੂੰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ, ਇਹ ਮਾਇਆ ਦੇ ਮੋਹ 'ਚ ਫਸ ਕੇ ਤੂੰ ਇਹ ਭਰਮਾਂ 'ਚ ਪਿਆ ਹੋਇਆ ਹੈ ਕਿ ਮੈਂ ਕਦੀ ਵੀ ਨਾਮ ਜਪ ਲਾਂਗਾ ਤੇ ਮੈਂ ਕਦੀ ਵੀ ਇਹ ਕਰ ਲਾਂਗਾ, ਮੈਨੂੰ ਤੇ ਫਿਰ ਅਗਲਾ ਮਨੁੱਖਤਾ ਦਾ ਜੀਵਨ ਮਿਲ ਜਾਏਗਾ। ਇਹ ਤੂੰ ਆਪਣੇ ਭਰਮ ਨਾ, ਇਹ ਤੂੰ ਆਪਣੇ ਭਰਮ ਛੱਡ ਦੇ। ਗੁਰ ਮਿਲੇ ਹਰ ਪਾਏ, ਜੇ ਤੂੰ ਪ੍ਰਭੂ ਨੂੰ ਮਿਲਣਾ ਹੈ ਤੇ ਤੈਨੂੰ ਗੁਰੂ ਤੇ ਧਾਰਨ ਕਰਨਾ ਪਏਗਾ। ਗੁਰੂ ਮਿਲੇ, ਗੁਰੂ ਨੂੰ ਮਿਲ ਕੇ ਹੀ ਤੂੰ ਪ੍ਰਭੂ ਨੂੰ ਪਾ ਸਕਦਾ ਹੈ। ਤੇ ਸੰਗਤ ਜੀ, ਸਾਨੂੰ ਤੇ ਕਿਤੇ ਜਾਣ ਦੀ ਲੋੜ ਨਹੀਂ, ਸਾਨੂੰ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਬਾਬਾ ਜੀ ਦੇ ਕੇ ਗਏ ਨੇ, ਸਾਨੂੰ ਤੇ ਕਿਤੇ ਹੋਰ ਜਾ ਕੇ ਸਾਨੂੰ ਟੱਕਰਾਂ ਮਾਰਨ ਦੀ ਲੋੜ ਨਹੀਂ। ਗੁਰ ਮਿਲੇ ਹਰ ਪਾਏ, ਗੁਰੂ ਨੂੰ ਮਿਲ ਕੇ ਹੀ ਤੂੰ ਹਰੀ ਦੀ ਪ੍ਰਾਪਤੀ ਕਰ ਸਕਦਾ ਹੈ। ਜਿਸ ਮਸਤਕ ਹੈ ਲੇਖਾ, ਜਿਹੜੇ ਆਪਣੇ ਲੇਖਾਂ 'ਚ, ਜਿਹੜੇ ਆਪਣੇ ਮਸਤਕ 'ਚ ਲੇਖ 'ਚ ਇਹ ਲੇਖ ਲਿਖਾ ਕੇ ਆਏ ਨੇ, ਇਹ ਸੰਗਤ ਜੀ ਪੂਰਬਲੇ ਕਰਮ ਤੇ ਹੁੰਦੇ ਹੀ ਨੇ ਕਿ ਇਹ ਜੋ ਬਾਣੀ ਪੜ੍ਹਦੇ ਨੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਅਸੀਂ ਇਹ ਸਾਨੂੰ ਜਨਮ ਜਦੋਂ ਮਿਲਦਾ ਹੈ ਸਾਡੇ ਚੰਗਾ ਕਰਮਾਂ ਦੇ ਨਾਲ, ਉਦੋਂ ਭਾਗ 'ਚ ਲੇਖ ਲਿਖ ਕੇ ਆਂਦੇ ਨੇ ਕਿ ਬਾਣੀ ਵੀ ਕਹਿੰਦੀ ਹੈ ਨਾ ਕਿ ਨਾਮ ਵਾਹਿਗੁਰੂ ਅਗਰ ਭਾਂਦਾ ਹੈ, ਉਹਨਾਂ ਅਗਰ ਉਹ ਚਾਹੁੰਦੇ ਨੇ ਤੇ ਨਾਮ ਜਪ ਸਕਦਾ ਹੈ। ਪਰ ਸੰਗਤ ਜੀ, ਵਾਹਿਗੁਰੂ ਨੇ ਤੇ ਸਾਡੇ ਭਾਗ 'ਚ ਲਿਖਤਾ ਸੰਗਤ, ਪਰ ਅਗਰ ਸੰਗਤ ਅਸੀਂ ਕਰਕੇ ਵੀ ਅਗਰ ਉਹ ਰਸਤੇ ਤੇ ਨਹੀਂ ਤੁਰਾਂਗੇ ਤੇ ਉਹ ਤੇ ਫਿਰ ਅਸੀਂ ਬੈਕ ਟੂ ਸਕੁਅਰ 1 ਜਾ ਰਹੇ ਹਾਂ, ਅਸੀਂ ਅੱਗੇ ਜਾਣ ਦੀ ਬਜਾਏ ਅਸੀਂ ਪਿੱਛੇ ਜਾ ਰਹੇ ਹਾਂ। ਸਾਨੂੰ ਘਾਲਣਾ ਤੇ ਘਾਲਣੀ ਪਏਗੀ। ਤੇ ਇਹ ਘਾਲਣਾ ਸਿਰਫ ਏਦਾਂ ਹੀ ਨਹੀਂ ਘਾਲੀ ਜਾਂਦੀ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਜਪ ਲਈਏ। ਇਹ ਘਾਲਣਾ ਇੱਕ ਘਾਲੀ ਇੱਕ ਬਗਦਾਦ ਦੇ ਪੀਰ ਸੀ, ਪੀਰ ਸਾਈਂ ਬੁੱਢਣ ਸ਼ਾਹ ਜੀ, ਬਾਬਾ ਬੁੱਢਣ ਸ਼ਾਹ ਜੀ ਦੇ ਨਾਮ ਤੋਂ। ਉਹਨਾਂ ਦੀ 802 ਸਾਲ 13 ਦਿਨ ਦੀ ਉਮਰ ਹੋ ਕੇ ਉਹ ਜੋਤੀ ਜੋਤ ਸਮਾਏ ਨੇ। ਸੰਗਤ ਜੀ, ਐਨੀ ਵੱਡੀ ਉਮਰ ਕਿੱਦਾਂ ਹੋ ਜਾਂਦੀ ਹੈ? 100 ਸਾਲ 200 ਸਾਲ 400 ਸਾਲ। ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਸਿੱਧਾਂ ਨਾਲ ਉਹਨਾਂ ਦੀ ਗੋਸ਼ਟ ਹੋਈ ਸੀ, ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਸਿਰਫ 24 ਸਾਲ ਦੀ ਸੀ। ਔਰ ਜੋ ਉੱਥੇ ਸਿੱਧ ਸੀਗੇ ਸੁਮੇਰ ਪਰਬਤ ਤੇ, ਉਹਨਾਂ ਦੀ ਕਿਸੇ ਦੀ ਉਮਰ 5 ਸਾਲ, ਕਿਸੇ ਦੀ ਉਮਰ 7 ਸਾਲ, ਕਿਸੇ ਦੀ ਉਮਰ 8 ਸਾਲ। ਤੇ ਸੰਗਤ ਜੀ, ਇਹ ਕਿਸ ਤਰ੍ਹਾਂ ਹੋ ਜਾਂਦੀ ਹੈ? ਤੇ ਅਸੀਂ ਸੁਖਮਨੀ ਸਾਹਿਬ 'ਚ ਇਹ ਪੜ੍ਹਦੇ ਆ ਨਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌਨਿਧ। ਜਦੋਂ ਵਾਹਿਗੁਰੂ ਦਾ ਨਾਮ ਜਪਦੇ ਆ ਉਦੋਂ ਫਿਰ ਸਿੱਧੀਆਂ ਵੀ ਪ੍ਰਾਪਤ ਹੁੰਦੀਆਂ ਨੇ। ਤੇ ਜਦੋਂ ਸਿੱਧੀਆਂ ਪ੍ਰਾਪਤ ਹੁੰਦੀਆਂ ਨਾ ਸੰਗਤ ਜੀ, ਤੇ ਇਹ ਜੋ ਭਗਤ ਹੁੰਦੇ ਸੀ, ਇਹ ਜੋ ਸਿੱਧੀਆਂ ਜਿਨ੍ਹਾਂ ਨੇ ਪ੍ਰਾਪਤ ਕੀਤੀਆਂ ਹੁੰਦੀਆਂ ਸੀ ਨਾ, ਇਹਨਾਂ ਨੇ ਸਿੱਧੀ ਪ੍ਰਾਪਤ ਕੀਤੀ ਹੁੰਦੀ ਸੀ ਕਿ ਇਹ ਆਪਣੇ ਨਾ ਸਵਾਸ ਰੋਕ ਲੈਂਦੇ ਨੇ। ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦੇ ਘਰੋਂ ਆਨੇ ਆ, ਉਦੋਂ ਇਹ ਸ਼ਾਰੀਰਿਕ ਉਮਰ ਤੇ ਲੈ ਕੇ ਨਹੀਂ ਆਉਂਦੇ। ਅਸੀਂ ਦੇਖਦੇ ਆ ਕਿ ਜਦੋਂ ਅਸੀਂ ਸੰਗਤ ਜੀ, ਕਈ ਵਾਰੀ ਤੁਸੀਂ ਵੀ ਨੋਟਿਸ ਕੀਤਾ ਹੋਏਗਾ, ਜਦੋਂ ਕਿਸੇ ਦੀ ਅੰਤਿਮ ਅਰਦਾਸ ਹੁੰਦੀ ਹੈ ਤੇ ਸਾਰੇ ਕਹਿੰਦੇ ਆ ਜਿੰਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ, ਓਨੀ ਸਵਾਸਾਂ ਦੀ ਪੂੰਜੀ ਉਹ ਇੱਥੇ ਪੂਰੀ ਕਰਕੇ ਗਏ ਨੇ, ਉਹਨਾਂ ਦੀ ਪੂੰਜੀ ਸਮਾਪਤ ਹੋ ਗਈ ਸੀ। ਤੇ ਸੰਗਤ ਜੀ, ਇਸੇ ਲਈ ਜੋ ਅਸੀਂ ਸਵਾਸ ਲੈਣੇ ਆ, ਜਦੋਂ ਅਸੀਂ ਇਹ ਧਰਤੀ ਤੇ ਆਨੇ ਆ, ਅਸੀਂ ਸਵਾਸਾਂ ਦੀ ਪੂੰਜੀ ਲੈ ਕੇ ਆਨੇ, ਨਾ ਕਿ ਇਹ ਸਾਲ 5 ਸਾਲ ਜੀਏਗਾ, ਇਹ 10 ਸਾਲ ਜੀਏਗਾ। ਇਹ ਸਾਲਾਂ ਦਾ ਹਿਸਾਬ ਨਹੀਂ ਹੁੰਦਾ, ਇਹ ਸਵਾਸਾਂ ਦਾ ਹਿਸਾਬ ਹੁੰਦਾ। ਇਸੇ ਲਈ ਬਾਣੀ 'ਚ ਲਿਖਿਆ ਕਿ ਸਵਾਸ ਸਵਾਸ ਜਪੋ, ਕੋਈ ਸਵਾਸ ਐਸਾ ਬਿਰਥਾ ਨਾ ਜਾਏ ਕਿ ਤੁਸੀਂ ਵਾਹਿਗੁਰੂ ਦਾ ਨਾਮ ਨਾ ਜਪੋ। ਦਮ ਦਮ ਬਿਰਥਾ ਨਾ ਜਾਏ, ਇੱਕ ਦਮ, ਹਰ ਦਮ ਤੇ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਤੇ ਜੋ ਬੁੱਢਣ ਸ਼ਾਹ ਜੀ ਸੀਗੇ, ਸਾਈਂ ਬੁੱਢਣ ਸ਼ਾਹ ਜੀ, ਇਹਨਾਂ ਨੇ ਵੀ ਇਹਨਾਂ ਨੂੰ ਭਗਤੀ ਤੇ ਆਪਣੇ ਉਹ ਆਪਣੇ ਲੇਖਾਂ 'ਚ ਲਿਖਾ ਕੇ ਆਏ ਸੀ, ਪਰ ਉਹਨਾਂ ਨੂੰ ਭਗਤੀ ਕਰਨ ਦੀ ਇੱਛਾ ਸੀ। ਤੇ ਔਰ ਉਹਨਾਂ ਨੇ ਭਗਤੀ ਕਰਨ ਵਾਸਤੇ ਆਪਣੇ ਸਵਾਸ ਰੋਕ ਕੇ ਆਪਣੀ ਉਹਨਾਂ ਨੇ ਉਮਰ ਲੰਬੀ ਕੀਤੀ, ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਵਾਹਿਗੁਰੂ ਦੀ ਉਹ ਜ਼ਿਆਦਾ ਤੋਂ ਜ਼ਿਆਦਾ ਸਾਲਾਂ ਤੱਕ ਉਹ ਭਗਤੀ ਕਰ ਸਕਣ। ਸਾਈਂ ਜੀ ਇਹ ਬਗਦਾਦ 'ਚ ਉੱਥੋਂ ਦੇ ਬਗਦਾਦ ਵੱਲੋਂ ਆਏ ਸੀ, ਤੇ ਜੰਮੂ ਕਸ਼ਮੀਰ ਤੋਂ ਹੁੰਦੇ ਹੋਏ, ਕੁੱਲੂ ਮਨਾਲੀ ਤੋਂ ਹੁੰਦੇ ਹੋਏ, ਜਿਸ ਤਰ੍ਹਾਂ
ਸਾਰੇ ਭਗਤ ਪ੍ਰਚਾਰ ਕਰਦੇ ਨੇ। ਇਹ ਇੱਕ ਚੰਗੇ ਸਥਾਨ ਦੀ ਪਾਲਣਾ ਕਰਦੇ ਕਿ ਮਤਲਬ ਮੈਂ ਕੋਈ ਅੱਛਾ ਸਥਾਨ ਦੇਖਣ ਵਾਸਤੇ ਕਿ ਉਹਨਾਂ ਨੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ। ਤੇ ਉਹ ਕੀਰਤਪੁਰ ਸਾਹਿਬ ਦੇ ਜੰਗਲਾਂ ਦੇ ਵਿੱਚ ਜਾ ਕੇ ਇੱਕ ਉੱਚੀ ਪਹਾੜੀ ਤੇ ਉਹਨਾਂ ਨੇ ਆਪਣਾ ਡੇਰਾ ਲਗਾ ਲਿਆ। ਜਦੋਂ ਉਹਨਾਂ ਨੇ ਡੇਰਾ ਲਗਾ ਲਿਆ ਸੰਗਤ ਜੀ, ਉਹਨਾਂ ਨੇ ਭਗਤੀ ਕਰਨੀ ਸ਼ੁਰੂ ਕਰਤੀ। ਭਗਤੀ ਤੇ ਉਹ ਪਹਿਲਾਂ ਵੀ ਕਰਦੇ ਸੀ। ਤੇ ਚੌਥੀ ਉਦਾਸੀ ਦੇ ਸਮੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਵਾਲੇ ਪਾਸੇ ਗਏ ਤੇ ਉਹਨਾਂ ਦੀ ਮੁਲਾਕਾਤ ਹੋਈ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਉਸ ਸਮੇਂ ਸਾਈਂ ਜੀ 671 ਸਾਲਾਂ ਦੇ ਸੀ। 671 years। ਸਾਈਂ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਵਭਗਤ ਕੀਤੀ, ਉਹਨਾਂ ਦਾ ਸਵਾਗਤ ਕੀਤਾ। ਤੇ ਉਹ ਐਨੀ ਬੰਦਗੀ ਕਰਦੇ ਹੁੰਦੇ ਸੀ ਸਾਈਂ ਜੀ ਕਿ ਪ੍ਰਭੂ ਨੇ ਹੀ ਉਹਨਾਂ ਨੂੰ ਉਹਨਾਂ ਦੀ ਬੰਦਗੀ, ਕਿਉਂਕਿ ਉਹਨਾਂ ਰਿੱਧੀਆਂ ਸਿੱਧੀਆਂ ਦੇ ਮਾਲਿਕ ਸੀ ਤੇ ਉਹ ਰਿੱਧੀਆਂ ਸਿੱਧੀਆਂ ਦੇ ਮਾਲਿਕ ਸੀ। 671 ਸਾਲ ਉਹਨਾਂ ਦੀ ਉਮਰ ਹੋ ਗਈ ਸੀ। ਪਰ ਤੇ ਪ੍ਰਭੂ ਨੇ ਉਹਨਾਂ ਨੂੰ ਪ੍ਰਭੂ ਵੱਲੋਂ ਇੱਕ ਬੱਕਰੀ, ਇੱਕ ਸ਼ੇਰ, ਇੱਕ ਕੁੱਤਾ ਔਰ 3 ਬੱਕਰੀਆਂ ਇਹ ਪ੍ਰਭੂ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ। ਤੇ ਜੋ ਸ਼ੇਰ ਸੀ ਔਰ ਕੁੱਤਾ ਸੀ ਉਹ ਬੱਕਰੀਆਂ ਨੂੰ ਚਰਾ ਕੇ ਵਾਪਸ ਲੈ ਆਉਂਦੇ ਹੁੰਦੇ ਸੀ। ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਕੋਲ ਪਹੁੰਚੇ ਤੇ ਸਾਈਂ ਜੀ ਨੇ ਉਹਨਾਂ ਦੀ ਆਵਭਗਤ ਕੀਤੀ ਔਰ ਆਵਭਗਤ ਕਰਦੇ ਉਹਨਾਂ ਨੇ ਬਾਬਾ ਜੀ ਦੇ ਅੱਗੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਚਿੱਪੀ ਚੁਪਾ ਕੇ ਉਹਨਾਂ ਨੇ ਦੁੱਧ ਭੇਟ ਕੀਤਾ। ਤੇ ਜਦੋਂ ਦੁੱਧ ਭੇਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਾਤਸ਼ਾਹ ਛਕੋ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਸਾਈਂ ਜੀ ਆਪ ਜੀ ਦੀ ਭੇਟਾ ਸਾਨੂੰ ਸਵੀਕਾਰ ਹੈ, ਪਰ ਅਸੀਂ ਜਦੋਂ 6ਵੇਂ ਜਾਮੇ 'ਚ ਆਵਾਂਗੇ ਔਰ ਉਦੋਂ ਅਸੀਂ ਇਹ ਭੇਟਾ ਸਵੀਕਾਰ ਕਰਾਂਗੇ। ਤੇ ਉਹ ਕਹਿੰਦੇ, ਉਹ ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਪਾਤਸ਼ਾਹ ਹੁਣੇ ਹੀ ਮੇਰੀ ਉਮਰ ਇੰਨੀ ਵੱਡੀ ਉਮਰ ਹੋ ਗਈ ਹੈ 671 ਸਾਲ, ਤੇ ਪਾਤਸ਼ਾਹ ਜਦੋਂ 6ਵੇਂ ਜਾਮੇ ਤੱਕ ਤੇ ਨਾ ਇਹ ਸੁੱਧ ਰਹਿਣੀ ਹੈ ਔਰ ਨਾ ਹੀ ਇਹ ਦੁੱਧ ਰਹਿਣਾ ਹੈ। ਤੇ ਇਹ ਸੁਣ ਕੇ ਪਾਤਸ਼ਾਹ ਜੀ ਨੇ ਬਚਨ ਕੀਤੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ। ਕਹਿੰਦੇ ਸਾਈਂ ਜੀ ਜਦੋਂ ਅਸੀਂ 6ਵੇਂ ਜਾਮੇ 'ਚ ਆਵਾਂਗੇ ਤੇ ਉਦੋਂ ਤੱਕ ਤੁਹਾਡੀ ਸੁੱਧ ਵੀ ਰਹੇਗੀ, ਤੁਹਾਡੀ ਬੁੱਧ ਵੀ ਰਹੇਗੀ ਔਰ ਇਹ ਦੁੱਧ ਵੀ ਰਹੇਗਾ। ਤੇ ਪਾਤਸ਼ਾਹ ਇਹ ਬਚਨ ਕਰਕੇ ਚਲੇ ਜਾਂਦੇ ਨੇ। ਤੇ ਜਦੋਂ ਸਮੇਂ ਬੀਤਦਾ ਜਾਂਦਾ ਹੈ, 6ਵੇਂ ਪਾਤਸ਼ਾਹ ਦਾ ਸਮੇਂ ਆ ਜਾਂਦਾ ਹੈ ਤੇ 6ਵੇਂ ਪਾਤਸ਼ਾਹ ਜੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਬੇਟਾ ਤੁਸੀਂ ਜਾਓ ਔਰ ਤੁਸੀਂ ਕੋਈ ਪਹਾੜੀ ਤੇ ਜਾ ਕੇ, ਪਹਾੜੀ ਵਾਲੇ ਪਾਸੇ ਜਾ ਕੇ ਤੁਸੀਂ ਕੋਈ ਚੰਗਾ ਸਥਾਨ ਭਾਲ ਕੇ ਤੇ ਉੱਥੇ ਤੁਸੀਂ ਆਪਣਾ ਨਿਵਾਸ ਸਥਾਨ ਬਣਾਓ। ਕਿਉਂਕਿ ਉਹ ਸਾਰਿਆਂ ਨੂੰ ਪ੍ਰਚਾਰ ਕਰਨ ਵਾਸਤੇ, ਜਦੋਂ ਸਾਰੇ ਸਿੱਖ ਵੀ, ਜਦੋਂ ਪਾਤਸ਼ਾਹ ਦਾ ਹੁਕਮ ਹੁੰਦਾ ਸੀ ਸਿੱਖ ਵੀ ਪ੍ਰਚਾਰ ਵਾਸਤੇ ਜਾਂਦੇ ਸੀ, ਤੇ ਬਾਬਾ ਜੀ ਨੇ ਉਹਨਾਂ ਨੂੰ, ਆਪਣੇ ਸਪੁੱਤਰ ਨੂੰ ਵੀ ਕਿਹਾ ਸੀ, ਬਾਬਾ ਗੁਰਦਿੱਤਾ ਜੀ ਨੂੰ, ਕਿ ਤੁਸੀਂ ਵੀ ਜਾਓ ਉੱਥੇ ਆਪਣਾ ਨਿਵਾਸ ਸਥਾਨ ਬਣਾਓ। ਤੇ ਬਾਬਾ ਗੁਰਦਿੱਤਾ ਜੀ ਨੇ ਬੇਨਤੀ ਕੀਤੀ ਕਿ ਪਿਤਾ ਜੀ ਤੁਸੀਂ ਚੱਲੋ ਔਰ ਕੋਈ ਉੱਤਮ ਸਥਾਨ ਦੀ ਤੁਸੀਂ ਚੋਣ ਕਰਕੇ ਤੁਸੀਂ ਆਪ ਹੀ ਦਿਓ। ਤੇ ਪਾਤਸ਼ਾਹ ਕਹਿੰਦੇ ਠੀਕ ਹੈ। ਤੇ 6ਵੇਂ ਪਾਤਸ਼ਾਹ ਔਰ ਬਾਬਾ ਗੁਰਦਿੱਤਾ ਜੀ ਦੋਨੋਂ ਜਾਂਦੇ ਨੇ ਔਰ ਜਾਂਦੇ ਨੇ ਕੀਰਤਪੁਰ ਸਾਹਿਬ ਵਾਲੇ ਪਾਸੇ, ਉਸ ਪਹਾੜੀਆਂ ਵਾਲੇ ਪਾਸੇ। ਤੇ ਉੱਥੇ ਜਦੋਂ ਜਾਂਦੇ ਨੇ ਤੇ ਧੰਨ ਧੰਨ ਹਰਗੋਬਿੰਦ ਸਾਹਿਬ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਇੱਥੇ ਅਸੀਂ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਅਸੀਂ ਸਾਈਂ ਜੀ ਨੂੰ ਆ ਕੇ ਮਿਲੇ ਸੀ ਔਰ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਉਹਨਾਂ ਨੂੰ 6ਵੇਂ ਜਾਮੇ 'ਚ ਮਿਲਾਂਗੇ ਜਦੋਂ ਉਹਨਾਂ ਦੇ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਏਗੀ।
ਤੇ ਅਸੀਂ ਉਹਨਾਂ ਦੀ ਭੇਟਾ ਵੀ ਅਸੀਂ ਉਹਨਾਂ ਤੋਂ ਸਵੀਕਾਰ ਕਰਨੀ ਹੈ। ਤੇ ਉਹ ਕਹਿੰਦੇ ਠੀਕ ਹੈ। ਤੇ ਉਹਨਾਂ ਨੇ, ਪਾਤਸ਼ਾਹ ਜੀ ਨੇ ਲੱਭਿਆ ਸਥਾਨ, ਸਾਈਂ ਜੀ ਦੇ ਕੋਲ ਗਏ। ਤੇ ਜਦੋਂ ਸਾਈਂ ਜੀ ਦੇ ਕੋਲ ਗਏ ਤੇ ਸਾਈਂ ਜੀ ਨੇ ਉਹਨਾਂ ਦੀ ਆਵ ਭਗਤ ਕੀਤੀ ਔਰ ਉਹਨਾਂ ਨੇ ਕਿਹਾ, ਕਹਿੰਦੇ ਠੀਕ ਹੈ ਪਾਤਸ਼ਾਹ, ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉੱਤਰਾਧਿਕਾਰੀ ਹੋ, ਤੁਸੀਂ ਉਹਨਾਂ ਦੀ ਗੱਦੀ ਦੇ ਵਾਰਿਸ ਹੋ, ਪਰ ਪਾਤਸ਼ਾਹ ਬੇਨਤੀ ਹੈ ਤੁਸੀਂ ਇਹ ਆਪਣੇ ਠਾਠ ਬਾੜ ਛੱਡ ਕੇ ਤੁਸੀਂ ਮੈਨੂੰ ਉਹ ਆਪਣੇ ਪਹਿਲੇ ਵਾਲੇ ਰੂਪ ਦੇ ਵਿੱਚ ਹੀ ਤੁਸੀਂ ਮੈਨੂੰ ਦਰਸ਼ਨ ਦਿਓ। ਤੇ ਇਹ ਸੁਣ ਕੇ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਤੁਸੀਂ ਜਾਓ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਧਿਆਨ ਕਰਕੇ, ਇਸ਼ਨਾਨ ਕਰਕੇ ਤੁਸੀਂ ਵਾਪਸ ਆਓ। ਜਦੋਂ ਬਾਬਾ ਗੁਰਦਿੱਤਾ ਜੀ ਵਾਪਸ ਆਏ ਤੇ ਵਾਪਸ ਆਏ ਔਰ ਸਾਈਂ ਜੀ ਦੇ ਸਨਮੁਖ ਹੋਏ ਤੇ ਉਹਨਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਉਹਨਾਂ ਨੂੰ ਦਰਸ਼ਨ ਦਿੱਤੇ। ਤੇ ਜਦੋਂ ਬਾਬਾ ਗੁਰਦਿੱਤਾ ਜੀ ਦੇ ਰੂਪ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਾਈਂ ਜੀ ਨੇ, ਤੇ ਸਾਈਂ ਜੀ ਉਹਨਾਂ ਦੇ ਚਰਨਾਂ 'ਚ ਟਹਿ ਪਏ ਔਰ ਬੇਨਤੀ ਕੀਤੀ। ਕਹਿੰਦੇ ਆ ਪਾਤਸ਼ਾਹ, ਇਹ ਜਨਮ ਮਰਨ ਦੇ ਗੇੜ ਤੋਂ ਤੁਸੀਂ ਹੁਣ ਮੈਨੂੰ ਮੁਕਤੀ ਦਿਓ ਪਾਤਸ਼ਾਹ। ਤੇ ਬਾਬਾ ਗੁਰਦਿੱਤਾ ਜੀ ਜੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਰੂਪ 'ਚ ਸੀ, ਉਹ ਕਹਿੰਦੇ ਜੀ ਤੁਹਾਡੀ ਇੱਛਾ ਪੂਰੀ ਹੋਈ। ਤੇ ਫਿਰ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੋ ਬਾਬਾ ਗੁਰਦਿੱਤਾ ਜੀ ਦੇ ਉਹ ਸੀ, ਉਹਨਾਂ ਨੇ ਕਿਹਾ ਕਿ ਲਿਆਓ ਜੀ, ਅਸੀਂ ਆਪਣੀ ਭੇਟਾ ਤੁਹਾਡੇ ਕੋ, ਜੋ ਅਸੀਂ ਆਪਣੀ ਅਮਾਨਤ ਤੁਹਾਡੇ ਕੋ ਛੱਡ ਗਏ ਸੀ। ਤੇ ਉਸ ਸਮੇਂ 121 ਸਾਲ ਬਾਅਦ ਜਦੋਂ ਸਾਈਂ ਜੀ ਨੇ ਉਹ ਕੱਢੀ ਦੁੱਧ ਦੀ ਚੱਪੀ, ਉਹ ਜੋ ਉਹਨਾਂ ਨੇ ਉੱਥੇ ਰੱਖੀ ਹੋਈ ਸੀ, ਉਹਨਾਂ ਨੇ ਆਪਣੀ ਧੂਣੀ ਨੂੰ ਕਿਹਾ ਸੀ ਕਿ ਇਹ ਨਿਰੰਕਾਰ ਦੀ ਅਮਾਨਤ ਹੈ, ਇਹ ਨਿਰੰਕਾਰ ਦੀ ਅਮਾਨਤ ਹੈ, ਤੁਸੀਂ ਇਹਨੂੰ ਸਾਂਭ ਕੇ ਰੱਖਣੀ ਹੈ। ਸੰਗਤ ਜੀ, ਧੂਣੀ ਉਹ ਹੁੰਦੀ ਹੈ ਜਿਸ ਸਥਾਨ ਤੇ ਬੈਠ ਕੇ ਕੋਈ ਭਗਤੀ ਕਰਦਾ ਹੈ, ਉਹ ਸਥਾਨ ਨੂੰ ਧੂਣੀ ਕਹਿੰਦੇ ਨੇ। ਕਿ ਉਹਨਾਂ ਨੇ ਧੂਣੀ ਉੱਥੇ ਦਬਾ ਕੇ ਰੱਖੀ ਹੋਈ ਸੀ ਔਰ ਧੂਣੀ ਨੂੰ ਉਹਨਾਂ ਨੇ ਕਿਹਾ ਸੀ ਕਿ ਇਹ ਅਮਾਨਤ ਨਿਰੰਕਾਰ ਦੀ ਹੈ ਔਰ ਤੁਸੀਂ ਇਹਨੂੰ ਸਾਂਭ ਕੇ ਰੱਖਣਾ ਹੈ। ਤੇ ਸਾਈਂ ਜੀ ਉੱਥੇ ਗਏ ਔਰ ਉਸ ਸਮੇਂ ਜਦੋਂ ਸਾਈਂ ਜੀ ਬਾਬਾ ਗੁਰਦਿੱਤਾ ਜੀ ਨੂੰ ਦੁੱਧ ਲਿਆ ਕੇ ਦੇ ਰਹੇ ਸੀ, ਉਦੋਂ ਸਾਈਂ ਜੀ ਦੀ ਉਮਰ ਇੰਨੀ ਹੋ ਚੁੱਕੀ ਸੀ ਕਿ ਸਾਈਂ ਜੀ ਦੇ ਜੋ ਪਲਕਾਂ ਦੇ ਵਾਲ ਨੇ ਉਹ ਧਰਤੀ ਨੂੰ ਛੂ ਰਹੇ ਸੀ। ਤੇ ਬਾਬਾ ਗੁਰਦਿੱਤਾ ਜੀ ਦੇ ਅੱਗੇ ਉਹਨਾਂ ਨੇ ਲਿਆ ਕੇ ਦੁੱਧ ਰੱਖਿਆ ਔਰ ਜਦੋਂ ਉਹਨਾਂ ਦੁੱਧ ਰੱਖਿਆ, ਉਹ ਜਿਸ ਤਰ੍ਹਾਂ ਕੱਚਾ ਦੁੱਧ ਪਹਿਲੇ ਪਾਤਸ਼ਾਹੀ ਦੇ ਟਾਈਮ ਤੇ ਰੱਖਿਆ ਸੀ, ਉਹ ਦੁੱਧ ਅੱਜ ਵੀ ਕੱਚਾ ਹੀ ਸੀ। ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ 'ਚ ਉਹ ਛਕਿਆ ਔਰ ਜਦੋਂ ਕਰਾਮਾਤੀ ਦੁੱਧ ਛਕਣ ਤੋਂ ਬਾਅਦ ਜਦੋਂ ਬਾਬਾ ਗੁਰਦਿੱਤਾ ਜੀ ਗਏ ਇੱਕ ਪਿੰਡ ਤੇ, ਲਾਗੇ ਦੇ ਪਿੰਡ 'ਚ ਜਦੋਂ ਗਏ, ਉੱਥੇ ਇੱਕ ਬ੍ਰਾਹਮਣੀ ਦੀ ਗਾਂ ਮਰ ਗਈ ਸੀ ਤੇ ਰੋ ਰਹੀ ਸੀ ਉਹ। ਤੇ ਬਾਬਾ ਗੁਰਦਿੱਤਾ ਜੀ ਨੂੰ ਦਇਆ ਆ ਗਈ, ਉਹਨਾਂ ਨੇ ਇੱਕ ਨਿੰਮ ਦੀ ਛਟੀ ਲਿੱਤੀ ਔਰ ਸੁੱਚੇ ਜਲ ਦੇ ਜਦੋਂ ਛਿੱਟੇ ਦੇ ਕੇ ਗਊ ਨੂੰ ਜੀਵਿਤ ਕਰ ਦਿੱਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਪਤਾ ਚੱਲਿਆ ਕਿ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਨੂੰ ਜੀਵਿਤ ਕਰ ਦਿੱਤਾ ਹੈ, ਤੇ ਉਹ ਬਹੁਤ ਨਾਰਾਜ਼ ਹੋਏ ਔਰ ਆ ਕੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜੋ ਤੁਸੀਂ ਮਰੀ ਹੋਈ ਗਾਂ ਨੂੰ ਜਿੰਦਾ ਕੀਤਾ ਹੈ, ਉਸ ਬਦਲੇ ਇਸ ਦੁਨੀਆ ਤੋਂ ਜਾਂ ਤੇ ਤੁਹਾਨੂੰ ਜਾਣਾ ਪਏਗਾ ਜਾਂ ਸਾਨੂੰ ਜਾਣਾ ਪਏਗਾ। ਤੇ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਹਿੰਦੇ ਹੈ ਪਿਤਾ ਜੀ, ਗਲਤੀ ਅਸਾਂ ਤੋਂ ਹੋਈ ਹੈ
ਤੇ ਫਿਰ ਸਜ਼ਾ ਵੀ ਸਾਨੂੰ ਹੀ ਮਿਲਣੀ ਚਾਹੀਦੀ ਹੈ। ਤੇ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਵਾਹਿਗੁਰੂ ਦੇ, ਤੁਸੀਂ ਕੁਦਰਤ ਦੇ ਨਿਯਮ ਦੇ ਵਿੱਚ ਤੁਸੀਂ ਖਲਲ ਕੀਤੀ ਹੈ, ਇਸ ਲਈ ਇਹਦੇ ਬਦਲੇ ਤੇ ਇੱਕ ਮਨੁੱਖ ਨੂੰ ਤੇ ਜਾਣਾ ਹੀ ਪਏਗਾ। ਤੇ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿ ਸਜ਼ਾ ਸਾਨੂੰ ਹੀ ਮਿਲਣੀ ਚਾਹੀਦੀ ਹੈ। ਤੇ ਉਹਨਾਂ ਨੇ ਆਪਣਾ ਸਰੀਰ ਤਿਆਗਣ ਵਾਸਤੇ ਉਹ ਗਏ ਸਾਈਂ ਜੀ, ਜਿੱਥੇ ਸਾਈਂ ਜੀ ਦਾ ਸਥਾਨ ਸੀ ਉੱਥੇ ਹੀ ਗਏ। ਉੱਥੇ ਸਾਈਂ ਜੀ ਨੂੰ ਜਾ ਕੇ ਕਿਹਾ ਕਿ ਸਾਈਂ ਜੀ ਇਹ ਸਥਾਨ ਤੁਸੀਂ ਸਾਨੂੰ ਦੇ ਦਿਓ, ਇਹ ਸਥਾਨ ਤੁਸੀਂ ਸਾਨੂੰ ਦੇ ਦਿਓ, ਕਿਉਂਕਿ ਅਸੀਂ ਆਪਣਾ ਸਰੀਰ ਤਿਆਗਣਾ। ਤੇ ਸਾਈਂ ਜੀ ਨੇ ਕਿਹਾ ਕਿ ਬਾਬਾ ਜੀ ਇਹ ਸਥਾਨ ਵੀ ਤੁਹਾਡਾ ਔਰ ਇਹ ਸਰੀਰ ਵੀ ਤੁਹਾਡਾ। ਤੇ ਕਹਿੰਦੇ ਕੱਲ ਨੂੰ ਸੰਗਤਾਂ ਆਣਗੀਆਂ ਤੇ ਸੰਗਤਾਂ ਤੇ ਇੱਥੇ ਮੱਥਾ ਟੇਕ ਕੇ ਚਲੀਆਂ ਜਾਣਗੀਆਂ, ਤੇ ਅਗਲੀ ਪਹਾੜੀ ਤੇ ਮੇਰੇ ਕੋਲ ਕੌਣ ਆਏਗਾ? ਤੇ ਬਾਬਾ ਜੀ ਨੇ ਕਿਹਾ, ਕਹਿੰਦੇ ਨੇ ਜੋ ਮੇਰਾ ਘਰ ਸੋ ਤੇਰਾ ਘਰ। तो कहते ने जो मेरा घर सो तेरा घर। और जदों उत्थे साईं जी कहते ठीक है, उन्हां दा बचन मन के, क्योंकि गुरदित्ता जी ने, बाबा गुरदित्ता जी ने कहा सी, कहते साईं जी जो भी संगत आएगी, जो इत्थे मत्था टेकेगी, उन्हां दी यात्रा उदों तक सफल नहीं होएगी जदों तक वो तुहाडे कोल मत्था नहीं टेकणगे। ते साईं जी कहते ठीक है। ते साईं जी अगले पहाड़ी ते जाके उन्हें अपना डेरा उन्होंने लगा लिया। इत्थे बाबा गुरदित्ता जी ने ओही निम दी छटी अपने सिराने गड्डी और अपना शरीर त्याग दिता। बाबा गुरदित्ता जी दे जान तो 13 दिन बाद जदों बाबा गुरदित्ता जी ज्योति जोत समाए, जदों उन्होंने अपना शरीर त्यागया, उदों साईं मियां मीर जी साईं बुड्ढन शाह जी की उम्र 802 साल हो चुकी सी। उन्होंने उत्थे उस स्थान ते 775 साल भगती की संगत जी। क्योंकि देखो संगत जी, भगती भी उन्होंने उम्र अपनी श्वास रोक के अपनी उम्र इसलिए वधाई कि वो ज्यादा तो ज्यादा सालों तक वो भगती कर सकन। एक घालना भी ये भगत घालदे सी। ते जदों बाबा गुरदित्ता जी ने जदों अपना शरीर त्यागया, ते उस स्थान ते अज भी कीरत साहब, कीरतपुर जाओ ते उत्थे बाबा जी दा गुरुद्वारा है। और ओदे नेड़े ही साईं जी ने 13 दिन बाद अपना भी शरीर उन्होंने छड़ दिता। ते जदों श्री हरगोबिंद साहब पातशाह जी नूं जदों पता लग्या, ते उन्होंने बाबा गुरदित्ता जी दा ते उन्हां दे अंतिम समय दीयां रस्मां ते पूरियां कीतियां ही। फिर उन्होंने साईं जी दे भी रीति रिवाजां दे नाल उन्हां नूं दफनाया और उन्हां ते चादर भेंट कीती। और उस स्थान उत्थे दरगाह भी बनी। और पातशाह ने भी अपने मुख तो ये बचन कीते कि जो भी इस बाबा गुरदित्ता जी दे गुरुद्वारे ते यात्रा करन, मत्था टेकन आएगा, उन्हां दी यात्रा उदों तक सफल नहीं होएगी जदों तक वो दरगाह ते, साईं जी दे दरगाह ते वो मत्था नहीं टेकणगे। और पातशाह ने अपनी देख रेख विच साईं जी दी दरगाह भी बनवाई और उत्थे चादर भी चढ़ाई। और इस स्थान ते बाबा गुरदित्ता जी दे स्थान ते ये वर भी है कि धन धन बाबा गुरदित्ता जी, दीन दुनिया दा टिक्का जी, जो वर मंगया सो वर दिता जी। ते संगत जी, भगत जो ने, भगत घालना लेख च ते लिखा के आंदे ही ने, पर ओदे नाल सानू देखो, जिस तरह असी संगत जी, असी स्कूल जाने आ, स्कूल सानू असी पढ़न जाने आ, असी अगर सिर्फ थोड़ा जिहा नॉर्मल जो टीचर पढ़ा रही है पढ़ के असी आ जाइए, अगर असी एक्स्ट्रा एफर्ट करिए, अगर असी स्कूल तो भी पढ़ के आ रहे हैं, घर आके रिवाइज भी करिए, होर टाइम कढ़ के असी एक्स्ट्रा नॉलेज गेन करिए, असी कहने ना
ਕਿ ਸਾਨੂੰ ਟੀਚਰਸ ਵੀ ਕਹਿੰਦੇ ਤੁਸੀਂ ਹੋਰ ਨਵੀਆਂ ਬੁੱਕਸ ਰੈਫਰ ਕਰੋ, ਨਵੇਂ ਨੋਟਸ ਬਣਾਓ ਤਾਂ ਕਿ ਸਾਨੂੰ ਐਕਸਟਰਾ ਮਾਰਕਸ ਮਿਲਣ। ਤੇ ਉਸੇ ਤਰ੍ਹਾਂ ਅਗਰ ਅਸੀਂ ਆਪਣੇ ਲਿਖ ਚ ਲਿਖਾ ਕੇ ਤੇ ਆਏ ਹਾਂ, ਅਸੀਂ ਆਪਣੀ ਕਿਸਮਤ ਚ ਲਿਖਵਾ ਕੇ ਆਏ ਹਾਂ ਕਿ ਵਾਹਿਗੁਰੂ ਦਾ ਨਾਮ, ਵਾਹਿਗੁਰੂ ਨੇ ਆਪਣਾ ਨਾਮ ਸਾਡੇ ਤੋਂ ਜਪਾਣਾ ਹੈ, ਤੇ ਸੰਗਤ ਜੀ ਉਹਦੇ ਨਾਲ ਵੀ ਸਾਨੂੰ ਐਫਰਟ ਤੇ ਹੋਰ ਨਾਲ ਲੈਣੇ ਪੈਣੇ ਨੇ। ਹੋਰ ਐਫਰਟ ਲਵਾਂਗੇ ਤੇ ਵਾਹਿਗੁਰੂ ਦੇ ਨਜ਼ਰਾਂ ਚ ਅਸੀਂ ਓਨੇ ਹੀ ਖਰੇ ਉਤਰਾਂਗੇ। ਜਿਸ ਤਰ੍ਹਾਂ ਕਿ ਇਹ ਭਗਤ ਜੋ ਇਹੋ ਜਿਹੇ ਭਗਤ ਹੁੰਦੇ ਨੇ ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਨੇ। ਹੁਣ ਜੋ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਤੇ ਸਮੇਂ ਦੇ ਜਦੋਂ ਸਿੱਧ ਗੋਸ਼ਟ ਹੋਈ, ਉੱਥੇ ਦੇ ਜਦੋਂ ਉਹ ਸੀਗੇ ਜੋ ਸਿੱਧ ਸੀਗੇ ਇੰਨੀ ਉਮਰਾਂ ਦੇ, ਉਹਨਾਂ ਨੇ ਵੀ ਕੌਤਕ ਦਿਖਾਏ ਕਿਉਂਕਿ ਉਹਨਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸੀ। ਪਰ ਉਹ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਕਿਉਂ ਝੁਕੇ, ਉਹਨਾਂ ਨੂੰ ਆਪਣਾ ਗੁਰੂ ਕਿਉਂ ਮੰਨਿਆ, ਉਹਨਾਂ ਦੇ ਅੱਗੇ ਕਿਉਂ ਨੀਵੇਂ ਹੋਏ? ਕਿਉਂਕਿ ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਸੀ। ਤੇ ਇਸ ਲਈ ਜੋ ਗੁਰੂ ਦਾ ਸਿੱਖ ਹੈ, ਜੋ ਗੁਰੂ ਜੀ ਨੇ ਪ੍ਰਭੂ ਪ੍ਰਾਪਤੀ ਕਰਨੀ, ਉਹ ਰਿੱਧੀਆਂ ਸਿੱਧੀਆਂ ਚ ਨਾ ਫਸ ਕੇ, ਰਿੱਧੀਆਂ ਸਿੱਧੀਆਂ ਨੂੰ ਵੀ ਉਹ ਛੋੜ ਕੇ ਔਰ ਨਿਰਲੇਪ ਰਹਿੰਦਾ ਹੈ, ਉਹ ਰਿੱਧੀਆਂ ਸਿੱਧੀਆਂ ਦੇ ਮੋਹ ਦੇ ਵਿੱਚ ਨਹੀਂ ਫਸਦਾ। ਤੇ ਇਸੇ ਲਈ ਸੰਗਤ ਜੀ ਜੋ ਭਗਤ ਹੋਏ ਨੇ, ਭਗਤਾਂ ਨੇ ਸਿਰਫ ਭਗਤੀ ਕਰਨੀ ਹੈ, ਉਹਨਾਂ ਨੇ ਕੋਈ ਮਜ਼ਹਬ, ਕੋਈ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਅੱਲਾ ਨੂੰ ਕੋਈ ਪੂਜ ਰਿਹਾ, ਕੋਈ ਰਾਮ ਨੂੰ ਪੂਜ ਰਿਹਾ ਜਾਂ ਕੋਈ ਕਿਸ ਨੂੰ ਪੂਜ ਰਿਹਾ ਹੈ। ਉਹਨਾਂ ਨੇ ਤੇ ਇਹ ਇੱਕ ਸਿਰਫ ਇੱਕ ਅਕਾਲ ਪੁਰਖ ਦੀ ਭਗਤੀ ਕਰਨੀ ਹੈ। ਤੇ ਇੱਥੇ ਹੀ ਜਿਸ ਤਰ੍ਹਾਂ ਬਾਣੀ ਚ ਲਿਖਿਆ ਹੈ, ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ। ਜਿਹੜੇ ਆਪਣੇ ਮਸਤਕ ਤੇ ਲੇਖ ਲਿਖਾ ਕੇ ਆਂਦੇ ਨੇ ਵਾਹਿਗੁਰੂ ਦਾ ਨਾਮ, ਉਹ ਹੀ ਜਪਦੇ ਨੇ। ਮਨ ਰੁੱਤ ਨਾਮ ਰੇ, ਇਹ ਜਿਹੜੀ ਰੁੱਤ ਹੈ ਨਾ, ਇਹ ਮਨ, ਇਹ ਨਾਮ ਜਪਣ ਦੀ ਰੁੱਤ ਹੈ। ਇਹ ਜੋ ਸਾਨੂੰ ਮਨੁੱਖਤਾ ਦਾ ਜੀਵਨ ਮਿਲਿਆ ਹੈ, ਇਹ ਨਾਮ ਜਪਣ ਵਾਸਤੇ ਮਿਲਿਆ ਹੈ। ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਤੇ ਇਹ ਕੀ ਕਹਿੰਦੇ ਨੇ, ਜਿਨ੍ਹਾਂ ਦੇ ਮਨ ਚ ਵਾਹਿਗੁਰੂ ਦਾ ਨਾਮ ਵਸ ਜਾਂਦਾ, ਉਹ ਤੇ ਫਿਰ ਉਸ ਹਰੀ ਦੇ ਹੀ ਗੁਣ ਗਾਉਂਦੇ ਰਹਿੰਦੇ ਨੇ। ਹਰ ਹਰੇ ਹਰ ਹਰੇ, ਹਰੀ ਦੇ ਹੀ ਗੁਣ ਗਾਉਂਦੇ ਰਹਿੰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਉਹੀ ਫਿਰ ਵਾਹਿਗੁਰੂ ਦਾ ਨਾਮ ਵਸਿਆ ਰਹਿੰਦਾ ਹੈ। ਤੇ ਸੰਗਤ ਜੀ ਜਿਸ ਤਰ੍ਹਾਂ ਉਹਨਾਂ ਨੇ ਘਾਲਣਾ ਕੀਤੀ, ਅਸੀਂ ਤੇ ਸੰਗਤ ਕਰ ਲਈਏ, ਔਰ ਜੋ ਸੰਗਤ ਦੇ ਵਿੱਚ ਅਸੀਂ ਸੁਣਦੇ ਹਾਂ, ਸੰਗਤ ਦੇ ਵਿੱਚ ਜੋ ਸਾਨੂੰ ਥੋੜੀ ਬਹੁਤ ਪ੍ਰਾਪਤੀ ਹੁੰਦੀ ਹੈ, ਜੋ ਅਸੀਂ ਥੋੜਾ ਬਹੁਤ ਆਪਣੇ ਮਨ ਚ ਵਸਾਉਂਦੇ ਹਾਂ, ਤੇ ਸੰਗਤ ਜੀ ਕੋਸ਼ਿਸ਼ ਕਰੀਏ ਬਾਬਾ ਜੀ ਦੇ ਅੱਗੇ ਕਿ ਬਾਬਾ ਜੀ ਸਾਨੂੰ ਇੰਨੀ ਸਦਬੁੱਧੀ ਦਿਓ ਕਿ ਜੋ ਅਸੀਂ ਇਹ ਸੁਣਦੇ ਹਾਂ ਅਸੀਂ ਆਪਣੇ ਮਨ ਚ ਵਸਾ ਸਕੀਏ। ਤੇ ਸੰਗਤ ਜੀ ਆਓ ਅਸੀਂ ਹੁਣ ਮਿਲ ਕੇ ਇਹ ਸ਼ਬਦ ਪੜ੍ਹਦੇ ਹਾਂ। ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ। ਅਬ ਕਲੂ ਆਇਓ ਰੇ, 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 ਅਬ ਕਲੂ ਆਇਓ ਰੇ। ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਬੋਵੋ ਬੋਵੋ। ਦੇਖ ਫੂਲ ਫੂਲ ਫੂਲੇ, ਐਨ ਤਿਆਗ ਤਿਆਗੇ,
फूल फूल फूले एहन त्याग त्यागे, चरण कमल पागे, तुम मिलो प्रभु पागे। चरण कमल पागे, तुम मिलो प्रभु पागे। हर चेत मन मेरे, हर चेत मन मेरे, हर चेत मन मेरे, हर चेत मन मेरे, हर चेत मन मेरे। एक नाम बो बो बो, एक नाम बो बो बो, एक नाम बो बो बो, एक नाम बो बो बो। अब कलू आयो रे, अब कलू आयो रे, एक नाम बो बो बो, एक नाम बो बो बो। सगन बास कूले, एक रहे सुख टूले। सगन बास कूले, एक रहे सुख टूले। बसंत रुत आई, पर फूलता रहे। बसंत रुत आई, पर फूलता रहे। अब कलू आयो रे, अब कलू आयो रे, अब कलू आयो रे। एक नाम बो बो बो, एक नाम बो बो बो, एक नाम बो बो बो, एक नाम बो बो बो। अनिरुद्ध नाही नाही, मत परम पुलह पुलह। अनिरुद्ध नाही नाही, मत परम पुलह पुलह। अब कलू आयो रे, अब कलू आयो रे, अब कलू आयो रे, अब कलू आयो रे, अब कलू आयो रे। एक नाम बो बो बो, एक नाम बो बो बो, एक नाम बो बो बो, एक नाम बो बो बो। गुर मिले हार पाए, जिस मस्तक है लेखा। गुर मिले हार पाए, जिस मस्तक है लेखा। माने रुत नाम रे, माने रुत नाम रे। मन रुत नाम रे, मन रुत नाम रे। गुण कहे नानक, गुण कहे नानक, गुण कहे नानक, गुण कहे नानक, गुण कहे नानक। हर हरे हर हरे, हर हरे हर हरे, हर हरे हर हरे, हर हरे हर हरे। एक नाम बो बो बो, एक नाम, एक नाम बो बो बो, एक नाम बो बो बो।
कलू आयो रे, अब कलू आयो रे, अब कलू आयो रे, एक नाम भोगो भोगो, एक नाम भोगो भोगो, एक नाम 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 भोगो भोगो, एक नाम भोगो भोगो। अब कलू आयो रे, अब कलू आयो रे, एक नाम भोगो भोगो, एक नाम भोगो भोगो, एक नाम भोगो भोगो, एक नाम भोगो भोगो। कितों उपजे कह रहे, कह माह समावे, जी जन सब खसम के कौन कीमत पावे, कहन त्याइन सुन नित से पग सुहावे, अगम गोचर साहेबो दूसर लवे न लावे, सच पूरे गुर उपदेसिया, नानक सुनावे। ना मैला ना धुंधला ना भगवान कच, नानक लालो लाल है, सच्चे रता सच, सतनाम श्री वाहेगुरु। वाहेगुरु जी का खालसा, वाहेगुरु जी की फतेह। संगत जी भुला चुका दी खिमा कर देना जी।